हिंदुस्तान के इतिहास के उत्ते काले दिन आ चुके हैं कि जिहड़ा किसानां नूं एक सरकार दीयां बरूहां दे उत्ते बैठ के भी इंसाफ नहीं मिल रहा। कि वो जो मोदी का स्टैंड आ वो हले भी खिसकण के कोई चांस नहीं गे। साडी आर्थिकता नूं किसान मोर्चा ही बचा रहा, नहीं तो जिन्नियां कांग्रेस आ अकाली दल जिन्नियां भी पार्टियां आ वो सारियां ही आर्थिकता तो भज्जू ते सिर्फ सियासी अपनी राजनीति सत्ता लई दौड़ियां फिरदियां। लड़ाई लंबी आ, सियासी पार्टियां इहनूं ठिब्बी लाउण नूं फिरदियां, चाहे कांग्रेस आ चाहे अकाली आ। वो जिद्दां एक ऊठ दा बुੱਲ डिगण नूं करदा हुंदा ना, कुत्ती खाण नूं बैठी हुंदी आ। सारे सियासी लीडर इदां ਉਹ ਡਿੱਗਦਾ ਬੁੱਲ ਉੱਠਦਾ ਖਾਣ ਨੂੰ ਤਿਆਰ ਆ ਪਰ ਸੰਘਰਸ਼ ਕਰਨ ਨੂੰ ਤਿਆਰ ਨਹੀਂ। ਇਤਿਹਾਸਕ ਦਿਨ ਹੋਣ ਜਾ ਰਿਹਾ ਹੈ ਕਿਉਂਕਿ 6 ਮਹੀਨੇ ਹੋ ਚੱਲੇ ਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ, ਔਰ ਹਜੇ ਤੱਕ ਮੋਦੀ ਸਰਕਾਰ ਜਿਹੜੀ ਹੈਗੀ ਇਹਨਾਂ ਵੱਲ ਰੁਖ ਨਹੀਂ ਕਰ ਰਹੀ, ਨਾ ਹੀ ਇਸ ਵੱਲ ਧਿਆਨ ਦੇ ਰਹੀ ਹੈ। ਕਿਸਾਨੀ ਮੁੱਦਾ ਜਿਹੜਾ ਹੈਗਾ ਲਗਾਤਾਰ ਗਰਮਾਇਆ ਹੋਇਆ। ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜਾ ਹੈਗਾ ਐਜੀਟੇਸ਼ਨ ਚੱਲ ਰਿਹਾ। ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀਗੀ ਹਰੇਕ ਘਰ ਦੇ ਹਰੇਕ ਗੱਡੀ ਦੇ ਉੱਤੇ ਕਾਲੇ ਝੰਡੇ ਲਗਾ ਕੇ ਇਸ ਧਰਨੇ ਦਾ ਸਮਰਥਨ ਕੀਤਾ ਜਾਵੇ। ਅੱਜ ਉਸੇ ਲੜੀ ਤਹਿਤ ਅੱਜ ਸਾਡੇ ਨਾਲ ਇੱਥੇ ਕੁਝ ਕਿਸਾਨ ਵੀਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅੱਛਾ ਭਾਈ ਦੱਸੋ, ਜਿਹੜਾ ਇਹ ਕਿਸਾਨੀ ਮੁਹਿੰਮ ਹੈਗੀ ਇਹਨੂੰ 6 ਮਹੀਨੇ ਹੋ ਚੱਲੇ ਨੇ, ਹਜੇ ਤੱਕ ਇਹਦਾ ਕੋਈ ਨਿਪਟਾਰਾ ਨਹੀਂ ਹੁੰਦਾ ਦਿਖਦੇ, ਕੀ ਕਹਿਣਾ ਚਾਹੋਗੇ? देखो जी, ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿੰਨੇ ਵੀ ਉੱਥੇ ਸਾਡੇ ਕਿਸਾਨ ਬੈਠੇ ਨੇ ਅੱਜ ਉਹਨਾਂ ਨੂੰ 6 ਮਹੀਨੇ ਹੋ ਚੁੱਕੇ ਨੇ। 6 ਮਹੀਨੇ ਹੋਣ ਦੇ ਨਾਲ ਨਾਲ ਇਹ ਬਹੁਤ ਹੀ ਇੱਕ ਹਿੰਦੁਸਤਾਨ ਦੇ ਇਤਿਹਾਸ ਦੇ ਉੱਤੇ ਕਾਲੇ ਦਿਨ ਆ ਚੁੱਕੇ ਨੇ ਕਿ ਜਿਹੜਾ ਕਿਸਾਨਾਂ ਨੂੰ ਇੱਕ ਸਰਕਾਰ ਦੀਆਂ ਬਰੂਹਾਂ ਦੇ ਉੱਤੇ ਬੈਠ ਕੇ ਵੀ ਇਨਸਾਫ ਨਹੀਂ ਮਿਲ ਰਿਹਾ। ਸੋ ਅਸੀਂ ਤਾਂ ਜਿੱਥੇ ਤੱਕ ਲੜਾਈ ਹੋਏਗੀ ਉਹਦੇ ਨਾਲ ਲੜਾਂਗੇ। ਮੈਂ ਜਾਟਮਾ ਸਭਾ ਤੋਂ ਨਾਲ ਸਾਡੇ ਹਰਪਾਲ ਸਿੰਘ ਹਰਪੁਰਾ ਜੀ ਜਿਹੜੇ ਪੰਜਾਬ ਪ੍ਰਧਾਨ, ਉਹਨਾਂ ਨੇ ਕਿਹਾ ਕਿ ਕਿਸਾਨ ਜਿੰਨੇ ਵੀ ਕਿਸਾਨ ਕਮੇਟੀਆਂ ਹੈਗੀਆਂ, ਜਿੱਦਾਂ ਕਿਸਾਨ ਸੰਘਰਸ਼ ਕਮੇਟੀ, ਦੁਆਬਾ ਕਿਸਾਨ ਸੰਘਰਸ਼ ਕਮੇਟੀ, ਅਸੀਂ ਇਹਨਾਂ ਦਾ ਪੂਰੀ ਤਰ੍ਹਾਂ ਇੱਕ ਨਾਲ ਸਾਥ ਦੇਵਾਂਗੇ ਤੇ ਜਿੱਥੇ ਜਿੱਥੇ ਇਹਨਾਂ ਦਾ ਪ੍ਰੋਗਰਾਮ ਹੋਏਗਾ ਇਹਦੇ ਨਾਲ ਹੋ ਕੇ ਉਹ ਪ੍ਰੋਗਰਾਮ ਉਲੀਕਾਂਗੇ। 6 ਮਹੀਨੇ ਹੋ ਚੱਲੇ ਨੇ ਜੀ, 6 ਮਹੀਨੇ 'ਚ ਇੱਕ ਫਸਲ ਵੀ ਪੱਕ ਕੇ ਤਿਆਰ ਹੋ ਜਾਂਦੀ ਹੈ, ਪਰ ਮੋਦੀ ਸਰਕਾਰ ਹਜੇ ਤੱਕ ਤਿਆਰ ਨਹੀਂ ਹੈਗੀ ਗੱਲਬਾਤ ਸੁਣਨ ਨੂੰ। ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੋ ਗੱਲ ਕਹਿਣੀ ਚਾਹੁੰਦਾ ਕਿ ਉਹ ਜੋ ਮੋਦੀ ਦਾ ਸਟੈਂਡ ਆ ਉਹ ਹੱਲੇ ਵੀ ਖਿਸਕਣ ਦੇ ਕੋਈ ਚਾਂਸ ਨਹੀਂ ਗੇ। ਪਰ ਜੋ ਸਾਡੇ ਨੌਜਵਾਨ ਪੰਜਾਬ ਦੇ ਆ ਜਾਂ ਹੋਰ ਪੰਜਾਬੀ ਸਿੱਖ ਕਿਸਾਨੀ ਨਹੀਂ, ਸਿਰਫ ਸਾਨੂੰ ਜਿਹੜੇ ਮਜ਼ਦੂਰ ਸਾਡੇ ਜਾਂ ਦੂਏ ਭਾਈਚਾਰਿਆਂ ਦੇ ਵੀ ਸਾਰੇ ਸੰਬੰਧੀ, ਉਹਨਾਂ ਨੂੰ ਇੱਕ ਥਾਂ ਮੈਂ ਇਹ ਅਪੀਲ ਕਰਨੀ ਚਾਹੁੰਦਾ ਕਿ ਇਹ ਜਿਹੜਾ ਸੰਘਰਸ਼ ਹੈ ਇਹ ਲੰਮਾ ਪੈਣ ਦੇ ਅਸਾਰ ਆ, ਪਰ ਇਹਦੇ ਵਿੱਚ ਏਕਤਾ ਕਿੱਦਾਂ ਹੋਣੀ ਆ। ਸਾਨੂੰ ਜੋ ਸੰਯੁਕਤ ਕਿਸਾਨ ਮੋਰਚਾ ਜੋ ਵੀ ਸਾਨੂੰ ਗਾਈਡਲਾਈਨ ਦਿੰਦਾ, ਸਾਨੂੰ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ। ਸੰਯੁਕਤ ਕਿਸਾਨ ਮੋਰਚਾ ਹੀ ਇੱਕ ਐਸੀ ਸਾਡੀ ਜਾਣੀ ਇਸ ਕਾਰਜ ਦੀ ਜਿੱਤ ਦਾ ਨਿਸ਼ਾਨ ਆ, ਕਿਉਂਕਿ ਇਹਨਾਂ ਨੇ ਸਾਡੀ ਆਰਥਿਕਤਾ ਨੂੰ ਕਿਸਾਨ ਮੋਰਚਾ ਹੀ ਬਚਾ ਰਿਹਾ, ਨਹੀਂ ਤਾਂ ਜਿੰਨੀਆਂ ਕਾਂਗਰਸ ਆ ਅਕਾਲੀ ਦਲ ਜਿੰਨੀਆਂ ਵੀ ਪਾਰਟੀਆਂ ਆ ਉਹ ਸਾਰੀਆਂ ਹੀ ਆਰਥਿਕਤਾ ਤੋਂ ਭੱਜੂ ਤੇ ਸਿਰਫ ਸਿਆਸੀ ਆਪਣੀ ਰਾਜਨੀਤੀ ਸੱਤਾ ਲਈ ਦੌੜੀਆਂ ਫਿਰਦੀਆਂ ਔਰ ਬੜੀਆਂ ਰੈਲੀਆਂ ਕਰ ਰਹੀਆਂ। ਜੋ ਸਾਨੂੰ ਕਿਸਾਨ ਮੋਰਚੇ ਨੇ ਅਗਵਾਈ ਦਿੱਤੀ ਪੰਜਾਬ ਨੂੰ ਬੜੇ ਸਾਲਾਂ ਬਾਅਦ, ਇਹ ਸ਼ਾਇਦ ਜਿਹੜੀ ਅਕਾਲੀ ਦਲ ਪਹਿਲਾਂ ਲੜਾਈਆਂ ਲੜ ਚੁੱਕਾ ਉਹਦੇ ਨਾਲੋਂ ਵੀ ਵਧੀਆ ਲੜਾਈ ਸਾਨੂੰ ਕਿਸਾਨ ਮੋਰਚੇ ਨੇ ਦਿੱਤੀ ਆ। ਔਰ ਉਹ ਜੋ ਇਹਨਾਂ ਦੇ ਜਿੱਤ ਦੇ ਲਾਗੇ ਪਹੁੰਚੇ ਆ, ਔਰ ਇਹਨਾਂ ਦੀ ਜੋ ਸਾਡੇ ਕਿਸਾਨ ਮੋਰਚੇ ਦੀ ਸਾਡੇ ਆ ਕਿਸਾਨ ਆਗੂ ਨਗੱਜਾ ਤੋਂ ਆਪਣੇ ਗੁਰਬਖਸ਼ ਸਿੰਘ ਹੁਣੀ ਆ, ਸਾਡੇ ਮੇਰਾ ਛੋਟਾ ਵੀਰ ਪ੍ਰਧਾਨ ਜਿਹੜਾ ਸਾਡੇ ਇੱਥੋਂ ਹਰਸੁਲਿੰਦਰ ਸਿੰਘ, ਉਹਨਾਂ ਦੀ ਜਿਹੜੀ ਅਗਵਾਈ ਆ ਦੁਆਬੇ 'ਚੋਂ ਬੜੀ ਵਧੀਆ ਚੱਲਦੀ ਆ। ਪਰ ਅਸੀਂ ਚਾਹੁੰਦੇ ਹਾਂ ਵੀ ਸਾਰੇ ਲੋਕ ਭਾਈਚਾਰੇ ਇਹਦੇ ਨਾਲ ਦਖਲ ਹੋਣ। ਇਹ ਇਕੱਲਿਆਂ ਦੀ ਜਿੱਤ ਨਹੀਂ ਰਹਿ ਗਈ, ਲੜਾਈ ਲੰਬੀ ਆ। ਸਿਆਸੀ ਪਾਰਟੀਆਂ ਇਹਨੂੰ ਠਿੱਬੀ ਲਾਉਣ ਨੂੰ ਫਿਰਦੀਆਂ, ਚਾਹੇ ਕਾਂਗਰਸ ਆ ਚਾਹੇ ਅਕਾਲੀ ਆ ਚਾਹੇ ਬਾਦਲ ਆ, ਜਿੰਨੇ ਵੀ ਸਾਰੇ ਇਹਨੂੰ ਠਿੱਬੀ ਲਾਉਣ ਨੂੰ ਫਿਰਦੇ ਆ। ਉਹ ਜਿੱਦਾਂ ਇੱਕ ਊਠ ਦਾ ਬੁੱਲ ਡਿੱਗਣ ਨੂੰ ਕਰਦਾ ਹੁੰਦਾ ਨਾ, ਕੁੱਤੀ ਖਾਣ ਨੂੰ ਬੈਠੀ ਹੁੰਦੀ ਆ। ਸਾਰੇ ਸਿਆਸੀ ਲੀਡਰ ਇਦਾਂ ਉਹ ਡਿੱਗਦਾ ਬੁੱਲ ਉੱਠਦਾ ਖਾਣ ਨੂੰ ਤਿਆਰ ਆ ਪਰ ਸੰਘਰਸ਼ ਕਰਨ ਨੂੰ ਤਿਆਰ ਨਹੀਂ। ਕਿਸਾਨ ਆਗੂਆਂ ਨੇ ਜਿਹੜਾ ਸੰਘਰਸ਼ ਵਿੱਢਿਆ ਆ ਉਹ ਜਿੱਤ ਦੇ ਵੱਲ ਨੂੰ ਤੁਰਿਆ ਜਾਂਦਾ, ਉਹਨੂੰ ਜਿੱਤ ਜਾਣਾ, ਹਰ ਹਾਲਤ ਜਿੱਤਣਾ, ਪਰ ਹੱਲੇ ਮੋਦੀ ਨੇ ਉੱਥੇ ਥੱਲੇ ਨਹੀਂ ਬਹਿਣਾ। ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ, ਚਾਹੇ ਕੋਈ ਵੀ ਆ, ਉਹ ਦੁਕਾਨਦਾਰ ਆ, ਕਿਸਾਨ ਆ, ਮਜ਼ਦੂਰ ਆ, ਉਹਨਾਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਆ, ਕਿਉਂਕਿ ਪੰਜਾਬ ਦੀ ਜਿਹੜੀ ਆਰਥਿਕਤਾ ਆ ਉਹ ਖੇਤੀ 'ਤੇ ਖੜੀ ਆ। ਜੇ ਖੇਤੀ 'ਚੋਂ ਅਸੀਂ ਹਾਰ ਜਾਂਦੇ, ਇਹਨਾਂ ਤਿੰਨਾਂ ਕਾਨੂੰਨਾਂ ਨੂੰ ਲਾਗੂ ਹੋ ਜਾਂਦਾ ਕਰ ਜਾਂਦੇ ਤਾਂ ਅਸੀਂ ਸਾਰੀ ਆਰਥਿਕਤਾ ਹੀ ਸਾਡੀ ਡਿੱਗ ਪੈਣੀ ਆ। ਫਿਰ ਸਾਡੇ ਕੋਲ ਕੋਈ ਪੰਜਾਬ 'ਚ ਨਾ ਡਿਵੈਲਪਮੈਂਟ ਹੋਊਗੀ, ਨਾ ਸਾਨੂੰ ਮਹਿਕਮੇ ਈਵਨ ਪੰਜਾਬ ਪੁਲਿਸ ਜਾਂ ਦੂਏ ਮਹਿਕਮੇ ਵੀ ਚਲਾਉਣੇ ਔਖੇ ਹੋ ਜਾਣਗੇ, ਤਨਖਾਹਾਂ ਦੇਣੀਆਂ ਔਖੀਆਂ ਹੋ ਜਾਣਗੀਆਂ। ਠੀਕ ਹੈ ਜੀ, ਠੀਕ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਆ ਕਿਸਾਨ ਮਜ਼ਦੂਰ ਸੰਘਰਸ਼ ਚੱਲ ਰਿਹਾ ਆ, ਜੋ ਕਾਲੇ ਕਾਨੂੰਨ ਮੋਦੀ ਨੇ 3 ਸਾਡੇ ਕਿਸਾਨਾਂ 'ਤੇ ਥੋਪੇ ਆ ਤਾਂ ਮਜ਼ਦੂਰਾਂ 'ਤੇ ਥੋਪੇ ਆ, ਇਹ ਅੱਜ ਤੱਕ ਉਹਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਕ ਰਹੀ। ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ ਅਜੇ ਸਾਨੂੰ ਤਾਂ ਇਹ ਦੇਖ ਰਿਹਾ ਕਿ ਮਤਲਬ ਉਹ ਇਸ ਬਾਰੇ ਸੋਚ ਵੀ ਨਹੀਂ ਰਿਹਾ। ਪਰ ਜੋ ਆਪਣਾ ਹਿੰਦੁਸਤਾਨ ਆ, ਪੰਜਾਬ ਆ, ਇਹ ਸਾਰਾ ਕਿਸਾਨੀ ਦੇ ਸਿਰ 'ਤੇ ਖੜਾ ਆ। ਜੋ ਪੰਜਾਬ ਦੀ ਤੇ ਹਿੰਦੁਸਤਾਨ ਦੀ ਆਰਥਿਕਤਾ ਸਾਰੀ ਕਿਸਾਨੀ 'ਤੇ ਖੜੀ ਆ। ਜੇ ਸਾਡੀ ਕਿਸਾਨੀ ਤਬਾਹ ਹੋ ਗਈ ਤੇ ਸਮਝ ਲਓ ਹਿੰਦੁਸਤਾਨ ਜਿਹੜਾ ਆ, ਪੰਜਾਬ ਤੇ ਇੱਕ ਪਾਸੇ ਪੂਰਾ ਹਿੰਦੁਸਤਾਨ ਤਬਾਹ ਹੋ ਜਾਣਾ। ਤੇ ਜੋ ਮੋਦੀ ਦੀ ਸੋਚ ਲੱਗਦੀ ਆ ਕਿ ਇੱਕ ਪਾਸੇ ਤਾਂ ਹਿੰਦੁਸਤਾਨ ਨੂੰ ਸਮਝ ਲਓ ਇੱਕ ਥਾਂ ਵੇਚੀ ਜਾ ਰਹੇ ਆ, ਕਿਸਾਨੀ ਨੂੰ ਖਤਮ ਕਰ ਰਹੀ ਆ, ਤੇ ਹਿੰਦੁਸਤਾਨ ਨੂੰ ਖੜਾ ਆਪਾਂ ਕਿਹੜੇ ਪੈਰਾਂ 'ਤੇ ਕਰ ਰਹੇ ਆ। ਸਾਡੀ ਤਾਂ ਇਹੀ ਮਤਲਬ ਮੰਗ ਆ ਕਿ ਮੋਦੀ ਸਰਕਾਰ ਨੂੰ ਜਿਹੜਾ ਆ
ਬੈਕਫੁੱਟ ਤੇ ਆਉਣਾ ਚਾਹੀਦਾ ਆ, ਕਿਸਾਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਆ। ਜੋ ਕਾਲੇ ਕਾਨੂੰਨ ਲਿਆਂਦੇ ਆ ਇਹ ਤਿੰਨੇ ਵਾਪਸ ਲੈਣੇ ਚਾਹੀਦੇ, ਔਰ ਕਿਸਾਨਾਂ ਨੂੰ ਜੋ ਇੱਕ ਪਾਸੇ ਮਹਾਮਾਰੀ ਚੱਲ ਰਹੀ ਕਰੋਨਾ ਦੀ, ਉਹਦੇ ਵਿੱਚ ਕਿਸਾਨ ਆਪਣੇ ਪਰਿਵਾਰ ਛੱਡ ਕੇ, ਘਰ-ਬਾਰ ਛੱਡ ਕੇ ਉੱਥੇ ਸੰਘਰਸ਼ ਮੋਰਚਾ ਲਾ ਕੇ ਬੈਠੇ ਆ। ਕਿਸਾਨਾਂ ਨੂੰ ਇਸ ਗੱਲੋਂ ਵੀ ਰਾਹਤ ਮਿਲਣੀ ਚਾਹੀਦੀ ਆ, ਕਰੋਨਾ ਕਰਕੇ ਵੀ ਰਾਹਤ ਮਿਲਣੀ ਚਾਹੀਦੀ ਆ। ਇਹ ਜਲਦੀ ਤੋਂ ਜਲਦੀ ਕਾਨੂੰਨ ਵਾਪਸ ਹੋਣੇ ਚਾਹੀਦੇ, ਕਿਸਾਨ ਉਹ ਆਪਣਾ ਮੋਰਚਾ ਜਿਹੜਾ ਫਤਿਹ ਕਰਕੇ ਆਪੋ ਆਪਣੇ ਘਰਾਂ 'ਚ ਪਹੁੰਚਣ। ਕੀ ਕਹੋਗੇ ਜੀ? ਮੈਂ ਤਾਂ ਜੀ ਅੱਜ ਸਾਨੂੰ ਕਿਸਾਨ ਸੰਯੁਕਤ ਮੋਰਚਾ ਜਿਹੜਾ ਉਹਨੇ 26 ਤਰੀਕ ਦੀ ਕਾਲ ਦਿੱਤੀ, 26 ਮਈ ਦੀ, ਕਿ ਸਾਰੇ ਹਿੰਦੁਸਤਾਨ ਦੇ ਵਿੱਚ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕਰਨਾ ਕਿ ਅੱਜ ਸਾਨੂੰ ਜਿਹੜਾ ਸੰਘਰਸ਼ ਕਰਦਿਆਂ ਨੂੰ 6 ਮਹੀਨੇ ਹੋ ਗਏ। 6 ਮਹੀਨੇ ਸਾਨੂੰ ਦਿੱਲੀ ਹੋ ਗਏ, 2 ਮਹੀਨੇ ਅਸੀਂ ਟ੍ਰੇਨਾਂ ਤੇ ਬੈਠੇ ਸੀ, 1 ਮਹੀਨਾ ਅਸੀਂ ਪਹਿਲੋਂ ਘਰਾਂ 'ਚ ਲੜੇ। ਤਕਰੀਬਨ 9 ਮਹੀਨੇ ਹੋ ਗਏ ਸੰਘਰਸ਼ ਲੜਦਿਆਂ ਨੂੰ, ਪਰ ਇਹ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਉਹ ਬਣਾਏ ਸੀ ਉਹ ਵਾਪਸ ਲੈਣ ਨੂੰ ਹਾਲੇ ਟਸ ਤੋਂ ਮਸ ਨਹੀਂ ਹੋਈ। ਤੇ ਅੱਜ ਸਾਨੂੰ ਕਾਲ ਦਿੱਤੀ ਗਈ ਸੀ 26 ਮਈ ਦੀ ਕਿ ਤੁਸੀਂ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਹੈਗਾ ਉੱਥੇ ਮੋਦੀ ਦੇ ਪੁਤਲੇ ਫੂਕੋ, ਰੋਸ ਵਜੋਂ ਕਾਲੇ ਝੰਡੇ ਆਪਣੇ ਘਰਾਂ ਦੇ ਵਿੱਚ ਲਹਿਰਾਓ। ਅੱਜ ਅਸੀਂ ਉਸ ਲੜੀ ਦੇ ਤਹਿਤ ਸੰਯੁਕਤ ਮੋਰਚੇ ਦੀ ਕਾਲ ਨੂੰ ਮੰਨਦੇ ਹੋਏ ਕਿਸ਼ਨਗੜ੍ਹ ਦੇ ਵਿੱਚ ਅਸੀਂ ਪੁਤਲਾ ਫੂਕਿਆ, ਔਰ ਅਸੀਂ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅੱਜ 6 ਮਹੀਨੇ ਤੋਂ ਅਸੀਂ ਤੇਰੇ ਵੱਲ ਦੇਖਦੇ ਹਾਂ। ਅੱਜ ਸਾਨੂੰ ਥੋੜ੍ਹਾ ਜਿਹਾ ਕੰਮ ਪਿੰਡਾਂ ਦੇ ਵਿੱਚ ਜ਼ਿਮੀਂਦਾਰਾਂ ਨੂੰ ਸੀ, ਔਰ ਇਹਨੂੰ ਤੂੰ ਦੇਖ ਕੇ ਇਦਾਂ ਨਾ ਸੋਚੀ ਕਿ ਜਿਹੜਾ ਸਾਡਾ ਸੰਘਰਸ਼ ਹੈ ਢਿੱਲਾ ਪੈ ਗਿਆ। ਅੱਜ ਅਸੀਂ ਵਿਹਲੇ ਹੋ ਗਏ ਹਾਂ, ਸਾਨੂੰ ਹਾਲੇ 1 ਮਹੀਨਾ ਤਕਰੀਬਨ ਕੋਈ ਕੰਮ ਨਹੀਂ। ਇਹ ਜਿਹੜਾ ਸੰਘਰਸ਼ ਆ ਹੁਣ ਆਉਣ ਵਾਲੇ ਦਿਨਾਂ 'ਚ ਬਹੁਤ ਤੇਜ਼ ਹੋਊਗਾ, ਤੇ ਅਸੀਂ ਅਪੀਲ ਕਰਦੇ ਹਾਂ ਮੋਦੀ ਨੂੰ ਕਿ ਤੂੰ ਆਪਣੀਆਂ ਸ਼ਰਾਰਤਾਂ ਜਿਹੜੀਆਂ ਸੰਗ ਵਾਲੀਆਂ ਸ਼ਰਾਰਤਾਂ ਇਸ ਨਾ ਕਰ, ਔਰ ਇਹ ਚੁੱਪ ਕਰਕੇ ਜਿਹੜਾ ਮਹਾਮਾਰੀ ਜਿਹੜੀ ਹਿੰਦੁਸਤਾਨ ਦੇ ਵਿੱਚ ਨਹੀਂ ਪੂਰੇ ਵਰਲਡ 'ਚ ਫੈਲੀ ਆ, ਤੂੰ ਆਪਣੇ ਕਾਲੇ ਕਾਨੂੰਨ ਵਾਪਸ ਲੈ ਕੇ ਤੇ ਇਹ ਜ਼ਿਮੀਂਦਾਰਾਂ ਨੂੰ ਸਹੀ ਸਲਾਮਤ ਆਪਣੇ ਘਰ ਨੂੰ ਭੇਜ। ਪਿਛਲੇ ਦਿਨੀ ਦੇਖਿਆ ਗਿਆ ਕਿ ਮੋਰਚੇ ਨੂੰ ਤੋੜਨ ਲਈ ਕੋਈ ਜਾਤੀਵਾਦ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ। ਉੱਥੇ ਇੱਕ ਚਿੱਠੀ ਦੇ ਵਿੱਚ ਇੱਕ ਰੈਜ਼ੋਲੂਸ਼ਨ ਜਿਹੜਾ ਹੈਗਾ ਮੋਦੀ ਸਰਕਾਰ ਵੱਲੋਂ ਦਿਖਾਇਆ ਗਿਆ ਵੀ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਅਨੁਸੂਚਿਤ ਜਾਤੀਆਂ ਨੂੰ ਜਿਹੜਾ ਹੈਗਾ ਖਤਮ ਕੀਤਾ ਜਾਵੇ। ਇਹ ਤੇ ਤੁਹਾਡਾ ਕੀ ਕਹਿਣਾ ਜੀ? ਦੇਖੋ ਜੀ, ਮੋਦੀ ਸਰਕਾਰ ਨੇ ਬਹੁਤ ਹੱਥ ਕੰਡੇ ਅਪਣਾਏ ਆ। ਜੋ ਉਹਨਾਂ ਸੰਘਰਸ਼ ਚੱਲਦਾ, ਕਦੇ ਉਹ ਨਹੀਂ ਅੱਤਵਾਦੀ ਗਿਆ, ਕਦੇ ਵੱਖਵਾਦੀ ਗਿਆ, ਕਦੇ ਕੁਛ ਕਦੇ ਕੁਛ। ਪਰ ਇਹ ਜਿਹੜਾ ਸੰਘਰਸ਼ ਆ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਾਰਿਆਂ ਦਾ ਸਾਂਝਾ ਸੰਘਰਸ਼ ਹੈ। ਇਹ ਕੋਈ ਇਕੱਲੇ ਕਿਸਾਨਾਂ ਦਾ ਜਾਂ ਇਕੱਲੇ ਮਜ਼ਦੂਰਾਂ ਦਾ ਨਹੀਂ, ਵਪਾਰੀ ਹਰ ਇੱਕ ਵਰਗ, ਦੁਕਾਨਦਾਰ ਹਰ ਇੱਕ ਵਰਗ ਸਾਡੇ ਨਾਲ ਆ, ਔਰ ਇਹ ਕੰਧੇ ਨਾਲ ਕੰਧਾ ਲਾ ਕੇ ਚੱਲ ਰਹੇ ਆ। ਇੱਥੇ ਤੱਕ ਕਿ ਮਹਾਂਪੁਰਖ, ਵਕੀਲ, ਜੱਜ, ਮਤਲਬ ਕੋਈ ਕਹਿ ਨਹੀਂ ਸਕਦੇ ਜਿਹੜੀ ਕੋਈ ਧਿਰ ਨਹੀਂ ਗੀ। ਕਦੇ ਵੀ ਅੱਜ ਤੱਕ ਇਹ ਧਰਨੇ ਲੱਗਦੇ ਆਏ ਆ, ਤੇ ਇੱਕ ਪਾਰਟੀ ਧਰਨਾ ਉਸੇ ਪਾਰਟੀ ਦਾ ਹੁੰਦਾ, ਦੂਸਰੀ ਪਾਰਟੀ ਕੋਈ ਸਪੋਰਟ ਨਹੀਂ ਕਰਦੀ। ਇਹਦੇ ਵਿੱਚ ਕੋਈ ਪਾਰਟੀਬਾਜ਼ੀ ਵਾਲੀ ਗੱਲ ਹੀ ਨਹੀਂ ਹੈਗੀ ਕਿ ਹਰ ਧਿਰ ਸਪੋਰਟ ਕਰ ਰਹੀ ਆ, ਬੱਚਾ ਸਪੋਰਟ ਕਰ ਰਿਹਾ। 5 ਸਾਲ ਦੇ ਬੱਚੇ ਤੋਂ ਲੱਗ ਕੇ 95 ਸਾਲ ਦੇ ਬਜ਼ੁਰਗ ਤੱਕ, ਜਿਹੜੀ ਕਿ 3-4 ਪੀੜ੍ਹੀਆਂ ਇਹਦੇ ਵਿੱਚ ਆ ਜਾਂਦੀਆਂ, ਔਰ ਉਹਨਾਂ ਲੰਬਾ ਸੰਘਰਸ਼ ਜਿਹੜਾ ਸਾਰਾ ਲੜ ਰਹੇ ਆ ਰਲ ਮਿਲ ਕੇ। ਕੋਈ ਜਾਤ ਪਾਤ ਦਾ ਨਹੀਂ ਹੈਗਾ। ਇਸ ਕਰਕੇ ਜਿਹੜੀ ਸ਼ਰਾਰਤ ਕਰਦੀ ਹੈ ਸਰਕਾਰ, ਸੈਂਟਰ ਸਰਕਾਰ, ਉਹ ਸ਼ਰਾਰਤਾਂ ਕਰਨ ਨੂੰ ਬਾਜ਼ ਆ ਜਾਏ, ਔਰ ਜਿਹੜੀ ਕਿਸਾਨਾਂ ਦੀਆਂ ਮੰਗਾਂ ਉਹ ਪੂਰੀਆਂ ਕਰੇ। ਉਸ ਤੋਂ ਬਾਅਦ ਕਿਸਾਨ ਵੀ ਆਪਣੇ ਸੁੱਖਾ ਸੰਦੀ ਘਰ ਨੂੰ ਆਉਣ, ਔਰ ਜਿਹੜੇ ਕਿ ਮਹਾਮਾਰੀ ਫੈਲੀ ਆ ਪੂਰੇ ਭਾਰਤ ਦੇ ਵਿੱਚ ਫੈਲ ਸਕਦੀ ਆ, ਉਸ ਦਾ ਬਚਾਅ ਹੋਵੇ। ਕੀ ਲੱਗਦਾ ਇਹ ਸੰਘਰਸ਼ ਕਿੱਥੇ ਤੱਕ ਜਾਏਗਾ? ਹੋਰ ਹਜੇ ਤੱਕ ਤਾਂ ਮਤਲਬ ਜੇ ਆਪਾਂ ਟੋਟਲ ਗਿਣੀਏ ਤਾਂ ਹਜੇ ਤੱਕ 9 ਮਹੀਨੇ ਹੋ ਚੁੱਕੇ ਨੇ ਇਸ ਸੰਘਰਸ਼ ਨੂੰ ਚੱਲਦਿਆਂ। ਹੋਰ ਕਿੰਨਾ ਲੰਬਾ ਸਮਾਂ ਹੋਰ ਇਹ ਸਰਕਾਰ ਨਹੀਂ ਮੰਨਣ ਦੇ ਆਸਾਰ ਲੱਗ ਰਹੇ ਤੁਹਾਨੂੰ? ਦੇਖੋ ਜੀ, ਇਹ ਤਾਂ ਸਰਕਾਰ ਤੇ ਡਿਪੈਂਡ ਹੈ ਕਦੋਂ ਮੰਨਦੀ ਆ। ਅਗਰ ਜਿੰਨਾ ਚਿਰ ਨਹੀਂ ਮੰਨਦੀ, ਇੰਨਾ ਜ਼ਰੂਰ ਹੈ ਵੀ ਉਹਨਾਂ ਚਿਰ ਕਿਸਾਨ ਇਸੇ ਤਰ੍ਹਾਂ ਹੀ ਇਕਜੁੱਟ, ਪੂਰਾ ਭਾਰਤ ਇਸੇ ਤਰ੍ਹਾਂ ਰਹੂਗਾ, ਔਰ ਜਿੰਨੀ ਇਕਜੁੱਟ ਤਾਕਤ ਦਿਖਾਈ ਇਸ ਤੋਂ ਜ਼ਿਆਦਾ ਗਾਂ ਤੋਂ ਗਾਂ ਵਧੂਗੀ, ਔਰ ਜਿੱਥੇ ਜਿੱਥੇ ਵੀ ਇਲੈਕਸ਼ਨਾਂ ਉਹਦੀਆਂ ਹੋਣਗੀਆਂ ਉਹਨੂੰ ਮੂੰਹ ਦੀ ਖਾਣੀ ਪਊਗੀ। ਮੇਰਾ ਖਿਆਲ ਆ ਪੰਜਾਬ ਦੇ ਵਿੱਚ ਉਹਨੂੰ ਪਿੰਡਾਂ 'ਚ ਬਣਨਾ, ਹਰਿਆਣੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹਦੇ ਬੀਜੇਪੀ ਦੇ ਪਾਰਟੀਆਂ ਨੂੰ ਬਣਨਾ ਔਖਾ ਹੋ ਜਾਊਗਾ। ਤੁਹਾਡਾ ਕੀ ਕਹਿਣਾ? ਇਹ ਤਾਂ ਮੋਦੀ ਸਰਕਾਰ ਨੂੰ ਚਾਹੀਦਾ ਕਾਨੂੰਨ ਰੱਦ ਕਰ ਦੇ। ਜਿੰਨਾ 6 ਮਹੀਨੇ ਸਾਨੂੰ ਦਿੱਲੀ ਬੈਠਿਆਂ ਨੂੰ ਹੋ ਗਏ ਆ, ਤੇ ਕੋਈ ਵੀ ਸਾਨੂੰ ਟਸ ਤੇ ਮਸ ਨਹੀਂ ਉਹ ਹੋ ਰਿਹਾ, ਤੇ ਉਹਨੂੰ ਇਹ ਰੱਦ ਕਰਨੇ ਪੈਣੇ ਆ। ਅਸੀਂ ਉਹਨਾਂ ਚਿਰ ਚਾਹੇ 24 ਸਾਲ ਤੱਕ ਲੈ ਜਾਏ ਸਾਨੂੰ, ਅਸੀਂ ਉੱਥੋਂ ਪਿੱਛੇ ਨਹੀਂ ਮੁੜਾਂਗੇ। ਅਸੀਂ ਰੱਦ ਕਰਾ ਕੇ ਹੀ ਕਾਨੂੰਨ ਮੁੜਾਂਗੇ ਵਾਪਸ। ਸੋ ਇਹ ਸੀਗੇ ਕਿਸਾਨ ਵੀਰ ਜਿਨ੍ਹਾਂ ਨੇ ਅੱਜ ਕਿਸ਼ਨਗੜ੍ਹ ਦੇ ਇਲਾਕੇ ਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ, ਔਰ ਕਾਲੇ ਝੰਡੇ ਲਗਾ ਕੇ ਜਿਹੜਾ ਹੈਗਾ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ, ਔਰ ਪੂਰਾ ਡਟ ਕੇ ਇਸ ਵੇਲੇ ਇਹ ਵਿਰੋਧ ਕੀਤਾ ਜਾ ਰਿਹਾ। ਭਾਵੇਂ ਯੂਥ ਹੈ, ਭਾਵੇਂ ਬਜ਼ੁਰਗ ਨੇ, ਪੂਰੇ ਸਰਗਰਮ ਨੇ, ਔਰ ਇਸ ਮੋਰਚੇ ਦੇ ਵਿੱਚ ਜਿੱਤ ਲਈ ਕਾਮਨਾ ਕਰ ਰਹੇ ਨੇ, ਔਰ ਇਹ ਅਰਦਾਸ ਵੀ ਵਾਹਿਗੁਰੂ ਕੋਲ ਕਰ ਰਹੇ ਨੇ ਕਿ ਮੋਦੀ ਸਰਕਾਰ ਨੂੰ ਸਮੱਤ ਦੇਵੇ ਤਾਂ ਜੋ ਇਹ ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਉਹ ਜਲਦ ਤੋਂ ਜਲਦ ਰੱਦ ਕੀਤੇ ਜਾਣ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ, ਸਾਂਝਾ ਮੁੱਦਾ।